जय जनेन्द्र। आत्मा चैनल देख रहे सभी दर्शकों का स्वागत है। मैं एकता सिंगला। आइए नजर डालते हैं आज के धार्मिक व सामाजिक समाचारों पर। दिल्ली में 26 जनवरी को होने जा रही ट्रैक्टर परेड में शामिल होने के लिए गुरदासपुर के छोटे गांव घुम्मन से सैकड़ों ट्रैक्टर हुए रवाना। इस मौके ट्रैक्टरों पर किसानी झंडों के साथ साथ देश का तिरंगा भी लहराता नजर आया। किसानों ने कहा कि किसान जत्थेबंदियों के हुक्मों की पालना करते हुए अपने ट्रैक्टर पर खालसाई झंडों के साथ देश का तिरंगा और किसानी आंदोलन के झंडे लगा रखे हैं। वहीं उन्होंने कहा कि किसान पिछले 2 महीने से शांतमयी आंदोलन कर रहे हैं और अब भी शांतमयी तरीके से ही दिल्ली ट्रैक्टर परेड भी की जाएगी। फिर हमारे रास्ते में चाहे रुकावटें खड़ी हों, पर फिर भी किसान अपनी ट्रैक्टर परेड करेंगे। कृषि कानूनों को वापस करने की मांग उठाते रहेंगे। वहीं उन्होंने केंद्र सरकार से अपील भी की कि वह किसानों की मांग मानते हुए कृषि कानूनों को रद्द कर दे। किसान मजदूर एकता जिंदाबाद। किसान मजदूर एकता जिंदाबाद। वाहेगुरु जी का खालसा वाहेगुरु जी की फतेह। ये जो ट्रैक्टर मार्च जा रहा गुरुद्वारा तापिस्तान संत बाबा हजारा सिंह जी गुरुद्वारा तापिस्तान तो निक्के घुमना तो चल रहा। ਇਹਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਨੇ। ਹੁਣ ਅਸੀਂ ਥੋੜੇ ਸਮੇਂ ਤੱਕ ਇੱਥੋਂ ਰਵਾਨਾ ਹੋਣ ਵਾਲੇ ਹਾਂ ਤੇ ਬਹੁਤ ਹੀ ਜਜ਼ਬੇ ਨਾਲ ਨੌਜਵਾਨਾਂ 'ਚ ਜਜ਼ਬਾ ਵਾ ਵੀ 26 ਜਨਵਰੀ ਆਪਾਂ ਦਿੱਲੀ ਧਰਤੀ ਤੇ ਜਾ ਕੇ ਮਨਾਉਣੀ ਆ ਤੇ ਬੜੇ ਤਰੀਕੇ ਨਾਲ ਬੜੇ ਸ਼ਾਂਤਮਈ ਮਾਹੌਲ 'ਚ ਆਪਾਂ ਜਿੱਦਾਂ ਅੱਗੇ ਵੀ 2 ਮਹੀਨੇ ਤੋਂ ਉੱਥੇ ਬੈਠੀਆਂ ਸੰਗਤਾਂ ਤੇ ਕਾਫੀ ਨੌਜਵਾਨ ਸਾਡੇ ਇਲਾਕੇ ਦਾ ਵੀ ਉੱਥੇ ਜਾ ਕੇ ਤੇ 2 ਮਹੀਨੇ ਤੋਂ ਬੈਠਾ ਵਾ। ਅੱਜ ਵੀ ਜਿੱਦਾਂ ਅਸੀਂ ਜਾ ਰਹੇ ਹਾਂ ਸਾਰੇ ਬੜੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਕੋਈ ਹੁੱਲੜਬਾਜ਼ੀ ਨਹੀਂ, ਬੜੇ ਪਿਆਰ ਨਾਲ ਚੱਲਣਗੇ ਤੇ 26 ਜਨਵਰੀ ਮਨਾ ਕੇ ਇਦਾਂ ਹੀ ਸ਼ਾਂਤਮਈ ਤਰੀਕੇ ਨਾਲ ਤੇ ਘਰੋਂ ਘਰੀ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਮੋਰਚਾ ਨਾ ਜੀ, ਜਿਹੜੇ ਝੰਡੇ ਲੱਗੇ ਨੇ ਹਿੰਦੁਸਤਾਨ ਦਾ ਲੱਗਾ, ਕਿਸਾਨੀ ਦਾ ਝੰਡਾ ਲੱਗਾ ਜਾਂ ਖਾਲਸੇ ਦਾ ਝੰਡਾ ਲੱਗਾ, ਇਹ ਸੰਘਰਸ਼ ਵੀ ਸਾਰੀਆਂ ਕੌਮਾਂ ਦਾ ਰਲ ਕੇ ਚੱਲ ਰਿਹਾ। ਇਹਦੇ ਵਿੱਚ ਕੋਈ ਜਾਤ ਮਜ਼ਹਬ ਦਾ ਨਹੀਂ ਗਾ, ਇਹ ਸਾਰਿਆਂ ਦਾ ਸਾਂਝਾ ਸੰਘਰਸ਼ ਆ। ਇਸ ਕਰਕੇ ਝੰਡੇ ਕਿਸਾਨੀ ਦਾ ਵੀ ਲੱਗਾ, ਹਿੰਦੁਸਤਾਨ ਦਾ ਵੀ ਲੱਗਾ, ਖਾਲਸੇ ਦਾ ਵੀ ਲੱਗਾ ਵਾ। ਝੰਡੇ ਲਾਉਣ ਦਾ ਮਤਲਬ ਇਹੋ ਹੀ ਆ ਵੀ ਆਪਾਂ 26 ਜਨਵਰੀ ਮਨਾਉਣ ਜਾ ਰਹੇ ਹਾਂ ਤੇ 26 ਜਨਵਰੀ ਤਿਰੰਗੇ 'ਚ 3 ਰੰਗ ਹੁੰਦੇ ਨੇ ਤੇ ਉਹ 3 ਰੰਗਾਂ ਦੇ ਹਿਸਾਬ ਨਾਲ 3-3 ਝੰਡੇ ਲਾਏ ਨੇ ਬੜੇ ਤਰੀਕੇ ਨਾਲ। ਵੇਖੋ ਸਰਕਾਰਾਂ ਨੇ ਬੜੇ ਅੱਗੇ ਵੀ ਹੱਥ ਕੰਡੇ ਵਰਤੇ ਨੇ। ਸਰਕਾਰ ਚਾਹੁੰਦੀ ਆ ਵੀ ਇਹ ਸੰਘਰਸ਼ ਜਿਹੜਾ ਸ਼ਾਂਤਮਈ ਤਰੀਕੇ ਨਾਲ 2 ਮਹੀਨੇ ਤੋਂ ਚੱਲ ਰਿਹਾ ਇਹਦੇ ਵਿੱਚ ਕੋਈ ਨਾ ਕੋਈ ਵਿਘਨ ਪਾਉਣਾ ਚਾਹੁੰਦੀ ਆ, ਪਰ ਅੱਗੇ ਵੀ ਅਸੀਂ 2 ਮਹੀਨੇ ਤੋਂ ਉੱਥੇ ਰਹਿ ਰਹੇ ਹਾਂ। ਬੜੇ ਉੱਥੇ ਚਾਲਾਂ ਚੱਲੀਆਂ ਸਰਕਾਰ ਨੇ, ਕਦੀ ਕੋਈ ਬੰਦੇ ਘੱਲ ਦੇਣੇ, ਕਦੀ ਕੋਈ ਬੀਬੀਆਂ ਘੱਲ ਦੇਣੀਆਂ, ਕਦੀ ਕਿਸੇ ਨੂੰ ਘੱਲ ਦੇਣਾ ਵੀ ਇਹਦੇ ਵਿੱਚ, ਕਦੀ ਉਹਨਾਂ ਖਾਲਿਸਤਾਨ ਦੇ ਨਾਅਰੇ ਆਪਣੇ ਬੰਦਿਆਂ ਕੋਲ ਲਵਾ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਬੜੀਆਂ ਸਰਕਾਰ ਨੇ ਚਾਲਾਂ ਚੱਲੀਆਂ। ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਦਾਂ ਗੁਰੂ ਅਰਜਨ ਸਾਹਿਬ ਨੇ ਸਾਨੂੰ ਸ਼ਾਂਤਮਈ ਤਰੀਕੇ ਨਾਲ ਰਹਿਣਾ ਸਿਖਾਇਆ ਵਾ, ਅਸੀਂ ਉਸ ਤਰੀਕੇ ਨਾਲ ਚੱਲ ਰਹੇ ਹਾਂ। ਅੱਜ ਤੱਕ ਕੋਈ ਮੁਸ਼ਕਲ ਨਹੀਂ ਆਈ ਤੇ ਗਾਂ ਵੀ ਨਹੀਂ ਆਊਗੀ। ਜਿਹੜਾ ਨੌਜਵਾਨਾਂ ਜਜ਼ਬਾ ਵਾ ਨਾ, ਜਜ਼ਬੇ ਦੇ ਨਾਲ ਉਹਨਾਂ ਵਿੱਚ ਸਹਿਣਸ਼ੀਲਤਾ ਵੀ ਬਹੁਤ ਆ ਤੇ ਬੜੇ ਤਰੀਕੇ ਨਾਲ ਚੱਲ ਰਹੇ ਨੇ, ਕੋਈ ਇਹੋ ਜਿਹੀ ਮੁਸ਼ਕਲ ਨਹੀਂ ਆਈ। ਮੇਰਾ ਨਾਮ ਹੈ ਜੀ ਪਰਮਿੰਦਰ ਸਿੰਘ ਤੇ ਅਸੀਂ ਇਸ ਵੇਲੇ ਆ ਗੁਰਦੁਆਰਾ ਤਾਪਸਥਾਨ ਸਾਹਿਬ ਸੰਤ ਬਾਬਾ ਹਜ਼ਾਰਾ ਸਿੰਘ ਜੀ ਤੇ ਬਾਬਾ ਅਮਰੀਕ ਸਿੰਘ ਜੀ ਦੀ ਅਗਵਾਈ ਹੇਠ ਇਹ ਜੋ ਟਰੈਕਟਰ ਮਾਰਚ ਹੈ, ਜਿਹੜਾ ਟਰੈਕਟਰ ਪਰੇਡ ਵਾਸਤੇ ਜਿਹੜਾ ਕਾਫਲਾ ਵਾ ਉਹ ਚੱਲਿਆ ਵਾ ਤੇ ਆਪਾਂ ਇਸੇ ਆਪਣੇ ਟਰੈਕਟਰ ਲੈ ਕੇ ਆਏ ਆ। ਮੈਂ ਟਰੈਕਟਰ ਲੈ ਕੇ ਆਇਆ, ਇਹਦਾ ਨਾਮ ਹੈ ਜੀ 6911 ਤੇ ਇਹਨੂੰ ਮੈਂ ਪੂਰਾ ਮਤਲਬ ਰੈਡੀ ਕਰਵਾ ਲਿਆ ਵਾ। ਹੁਣ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦੀ ਖਾਲਸਾ ਜੀ ਨਿਸ਼ਾਨ ਲਾਏ ਨੇ, ਕਿਸਾਨੀ ਉੱਥੇ ਤਿਰੰਗਾ ਝੰਡਾ ਵੀ ਤੁਸੀਂ ਲਾਇਆ। ਹਾਂਜੀ ਤਿਰੰਗਾ, ਕਿਉਂਕਿ ਅਸੀਂ ਚੱਲੇ ਆ ਜੀ 26 ਜਨਵਰੀ ਦੀ ਪਰੇਡ ਕਰਨ ਤੇ ਇਸ ਕਰਕੇ ਆਪਾਂ ਜਿਹੜਾ ਭਾਰਤੀ ਹੋਣ ਦਾ ਜਿਹੜਾ ਸਬੂਤ ਉਹਨਾਂ ਨੂੰ ਦੇ ਰਹੇ ਆ ਸਰਕਾਰ ਨੂੰ ਕਿ ਅਸੀਂ ਜਿਹੜੇ ਆ ਵੱਖਵਾਦੀ ਨਹੀਂ ਹੈਗੇ, ਅਸੀਂ ਜਿਹੜੇ ਆ ਅੱਤਵਾਦੀ ਨਹੀਂ ਹੈਗੇ, ਅਸੀਂ ਕਿਸਾਨ। ਦਿੱਲੀ ਪੁਲਿਸ ਜੇ ਸਾਨੂੰ ਰੋਕੇਗੀ ਅਸੀਂ ਪੀਸਫੁਲੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਸੀਂ ਮਤਲਬ ਪੀਸਫੁਲੀ ਜਿਹੜਾ ਪ੍ਰਦਰਸ਼ਨ ਆ ਉਹ ਕਰਨਾ ਆ ਤੇ ਇਸ ਕਰਕੇ ਜਿਹੜਾ ਦਿੱਲੀ ਪੁਲਿਸ ਨੂੰ ਬੇਨਤੀ ਹੈ ਕਿ ਸਾਨੂੰ ਨਾ ਰੋਕਿਆ ਜਾਵੇ। ਭਾਜੀ ਦੱਸ ਦਿਓ ਕਿੰਨੇ ਟਰੈਕਟਰ ਜਾ ਰਹੇ ਆ, ਕੀ ਰੂਟ ਰਹੇਗਾ ਔਰ ਕੀ ਸੋਚ ਲੈ ਕੇ ਚੱਲੇ? ਸੋਚ ਬੜੀ ਨਿਰਪੱਖ ਆ ਜੀ, ਕਿਸਾਨੀ ਦੇ ਨਾਲ ਸੋਚ ਆ ਸਾਰੀ। ਜੋ ਵੀ ਆ ਕਿਸਾਨੀ ਦੇ ਨਾਲ ਆ, ਕਿਸਾਨੀ ਦੇ ਮੁੱਦਿਆਂ ਦੇ ਉੱਤੇ ਜਾ ਰਹੇ ਆ। ਕਿਸਾਨਾਂ ਨੂੰ ਜੋ 3 ਕਾਲੇ ਕਾਨੂੰਨ ਜਿਹੜੇ ਆ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਉੱਤੇ ਪਾਏ ਨੇ, ਉਹਦੇ ਵਾਸਤੇ ਉਹਦੀ ਲੜਾਈ ਲੜਨ ਵਾਸਤੇ ਸੰਤ ਬਾਬਾ ਹਜ਼ਾਰਾ ਸਿੰਘ ਦੀ ਧਰਤੀ ਤੋਂ ਅਸੀਂ ਸਾਰੇ ਜਾਣੇ ਆ ਕੋਈ 100 ਦੇ ਕਰੀਬ ਟਰੈਕਟਰ ਲੈ ਕੇ ਜਾ ਰਹੇ ਆ।
ਬਾਬਾ ਜੀ ਬਾਬਾ ਅਮਰੀਕ ਸਿੰਘ ਹੋਣਾ ਦੀ ਰਹਿਨਮਾਈ ਥੱਲੇ ਇਹ ਰੂਟ ਜਿਹੜਾ ਆ ਇੱਥੋਂ ਬਟਾਲੇ ਜਾਊਗਾ ਜੀ। ਬਟਾਲੇ ਤੋਂ ਜਲੰਧਰ ਜਾਵਾਂਗੇ, ਜਲੰਧਰ ਤੋਂ ਲੁਧਿਆਣਾ, ਲੁਧਿਆਣੇ ਤੋਂ ਅੰਬਾਲਾ, ਕਰਨਾਲ ਤੇ ਸਿੰਘੂ ਬਾਰਡਰ ਪਹੁੰਚਾਂਗੇ। ਸਿੰਘੂ ਬਾਰਡਰ ਜਾ ਕੇ ਕੱਲ ਸਾਡੀ ਜਿਹੜਾ ਪੜਾਅ ਆ ਉਹ ਸਿੰਘੂ ਬਾਰਡਰ ਪਹੁੰਚੂਗਾ। ਉਸ ਤੋਂ ਬਾਅਦ ਜੋ ਕਿਸਾਨ ਜਥੇਬੰਦੀਆਂ ਦਾ ਹੁਕਮ ਆ ਬਾਬਾ ਜੀ ਦੇ ਹੁਕਮਾਂ ਦੇ ਨਾਲ ਉਹ ਜਿੱਧਰ ਨੂੰ ਵੀ ਪਰੇਡ ਦੀ ਰੂਟ ਬਣੂਗਾ ਦਿੱਲੀ ਦੇ ਵਿੱਚ ਰਿੰਗ ਰੋਡ ਤੇ ਕਰਨਾ ਤੇ ਰਿੰਗ ਰੋਡ ਤੇ ਕਰਾਂਗੇ। ਜਿੱਧਰ ਵੀ ਕਿਸਾਨ ਜਥੇਬੰਦੀਆਂ ਦਾ ਹੁਕਮ ਹੋਊਗਾ ਉੱਥੇ ਸ਼ਾਂਤੀਪੂर्वक ਜਿਹੜਾ ਆ प्रदर्शन किया जाऊगा। गुरदासपुर से जितेंद्र खुंदल की रिपोर्ट। किसानी आंदोलन में अलग अलग रंग नजर आ रहे हैं। इसी आंदोलन में एक रंग दोस्ती का भी नजर आ रहा है, जो जिला गुरदासपुर के गांव निक्के गुम्मन से दिल्ली के लिए रवाना हुए ट्रैक्टर काफिले में देखने को मिला। इस ट्रैक्टर काफिले में 3 दोस्त अपने ट्रैक्टर के पीछे एक छोटी ट्रॉली लगाकर दिल्ली जाने के लिए शामिल हुए। इनकी दोस्ती में खास बात यह थी कि ये तीनों दोस्त 15 साल भारतीय थल सेना में इकट्ठे ही अपनी सेवाएं दी और 15 साल की नौकरी के बाद इकट्ठे ही रिटायर्ड हुए। अब तीनों दोस्त इकट्ठा ही अपनी ट्रैक्टर पर सवार होकर दिल्ली में होने जा रही ट्रैक्टर परेड में शामिल होने जा रहे हैं। इन तीनों की दोस्ती का रंग भी इस किसानी आंदोलन में नजर आ रहा है। इस मौके हमारी टीम ने इन तीनों दोस्तों से बात की और आपको भी दिखाते हैं इस आंदोलन को लेकर क्या कहना है इन तीनों दोस्तों का। ਇਹ ਤਿੰਨੇ ਕਾਲੇ ਕਾਨੂੰਨ ਜਿਹੜੇ ਕਿਸਾਨਾਂ ਦੇ ਵਿਰੁੱਧ ਆ ਇਹਨਾਂ ਨੂੰ ਅਸੀਂ ਕੈਂਸਲ ਕਰਾਉਣ ਵਾਸਤੇ ਆਪਣੀ ਜਥੇਬੰਦੀ ਦੇ ਨਾਲ ਜਾ ਰਹੇ ਛੋਟੇ ਘੁੰਮਣਾ ਤੋਂ। ਇਹ ਮੇਰੇ ਤਿੰਨੇ ਵੀਰ ਮੇਰੇ ਨਾਲ ਨੇਵੀ ਦੇ ਵਿੱਚ ਸੀਗੇ। ਅੱਜ ਇਕੱਠਿਆਂ ਨੇ ਸਰਵਿਸ ਕੀਤੀ, ਇਕੱਠੇ ਰਿਟਾਇਰ ਆਏ ਤੇ ਅੱਜ ਇਕੱਠੇ ਹੀ ਜਾ ਰਹੇ ਆ ਦਿੱਲੀ ਨੂੰ। ਤੇ ਉੱਥੇ ਜਾ ਕੇ ਜੋ ਵੀ ਕਿਸਾਨ ਜਥੇਬੰਦੀਆਂ ਸਾਨੂੰ ਅੱਗੇ ਟਰੈਕਟਰ ਮਾਰਚ ਵਾਸਤੇ ਜਾਂ ਜੋ ਵੀ ਕਹਿਣਗੇ ਅਸੀਂ ਉਹਨਾਂ ਦੇ ਹੁਕਮ ਮੰਨਾਂਗੇ। ਤੇ ਇਹ ਖੇਤੀ ਦੇ ਕਾਲੇ ਕਾਨੂੰਨ ਤਿੰਨਾਂ ਨੂੰ ਇਹਨਾਂ ਦੇ ਵਿਰੁੱਧ ਆ। ਕਿ ਅਸੀਂ 15 ਸਾਲ ਤੁਹਾਡੇ ਵਾਸਤੇ ਨੇਵੀ ਵਿੱਚ ਸਰਵਿਸ ਕੀਤੀ ਆ, ਦੇਸ਼ ਵਾਸਤੇ ਸਰਵਿਸ ਕੀਤੀ ਆ ਤੇ ਅੱਜ ਸਾਡੇ ਐਕਸ ਫੌਜੀ ਹੋਰ ਵੀ ਜਿਹੜੇ ਉੱਥੇ ਬਹੁਤ ਪਹਿਲਾਂ ਆ ਚੁੱਕੇ ਨੇ ਉਹ ਵੀ ਇਹੀ ਅਪੀਲ ਕਰ ਰਹੇ ਨੇ ਕਿ ਇਹ ਜਿਹੜੇ ਖੇਤੀ ਦੇ ਵਿਰੁੱਧ ਕਾਨੂੰਨ ਨੇ ਇਹਨਾਂ ਨੂੰ ਵਾਪਸ ਲਿਆ ਜਾਵੇ। ਤੇ ਅਸੀਂ ਵੀ ਉਹਨਾਂ ਨਾਲ ਹੀ ਆ ਕਿ ਇਹ ਕਾਨੂੰਨ ਜਿਹੜੇ ਨੇ ਇਹ ਖਤਰਨਾਕ ਨੇ, ਖਰਾਬ ਨੇ। ਜਦੋਂ ਕਿਸਾਨ ਨਹੀਂ ਚਾਹੁੰਦੇ ਕਿ ਸਾਡੇ ਤੇ ਇਹ ਕਾਨੂੰਨ ਲਾਗੂ ਹੋਣ ਤੇ ਕਿਉਂ ਇਹ ਕੀਤੇ ਜਾ ਰਹੇ ਨੇ, ਇਹਨਾਂ ਨੂੰ ਵਾਪਸ ਲਿਆ ਜਾਵੇ। ਭਾਈ ਅਸੀਂ 15 ਸਾਲ ਨੇਵੀ ਦੀ ਸਰਵਿਸ ਕਰਕੇ ਆਏ ਆ, ਇਸ ਦੇਸ਼ ਦੀ ਸੇਵਾ ਕੀਤੀ ਹੈ। ਹੁਣ ਟਾਈਮ ਹੈ ਜੀ ਕਿਸਾਨੀ ਦਾ ਸਾਥ ਦੇਣ ਦਾ। ਹੁਣ ਅਸੀਂ ਵੀ 1 ਸਾਲ ਹੋ ਗਿਆ ਰਿਟਾਇਰਮੈਂਟ ਆਇਆ ਆ ਕੇ ਦੇਖਣ ਦੇ ਆ ਜੀ ਕਿ ਕਿਸਾਨੀ ਦਾ ਕੀ ਹੈ ਕੀ ਨਹੀਂ। ਅਸੀਂ ਆਪ ਜ਼ਿਮੀਂਦਾਰਾਂ ਕਰਨ ਦੇ ਜੀ ਆ ਕੇ। ਤੇ ਹੁਣ ਅੱਗੇ ਜਥੇਬੰਦੀਆਂ ਦੇ ਨਾਲ ਚੱਲੇ ਆ ਜੀ। ਅੱਗੇ ਸਰਕਾਰਾਂ ਨੂੰ ਇਹੋ ਅਪੀਲ ਕਰਦੇ ਆ ਜੀ ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਜੀ ਇਹਨੂੰ ਰੱਬ ਸੁੱਖ ਰੱਖੇ ਜੀ, ਰਿਪੀਲ ਕਰਾ ਕੇ ਮੂੰਹ ਬਣਾ ਜੀ। ਬਸ ਸਰਕਾਰਾਂ ਨੂੰ ਇਹੋ ਹੀ ਇੱਕ ਬੇਨਤੀ ਹੈ ਜੀ ਇਹ ਜਲਦੀ ਇਹ ਜਿਹੜੇ ਕਾਲੇ ਕਾਨੂੰਨ ਇਹਨਾਂ ਨੂੰ ਰਿਪੀਲ ਕਰੇ। ਲਾਈਕ ਸਰਵਿਸ ਕਰਕੇ ਅਸੀਂ ਇਕੱਠੇ ਰਿਟਾਇਰਮੈਂਟ ਹੋਏ, ਇਕੱਠੇ ਗਏ ਸੀ, ਇਕੱਠੇ ਹੀ ਆਏ। ਤੇ ਮੈਂ ਰਹਿਣ ਵਾਲਾ ਜੰਮੂ ਕਸ਼ਮੀਰ ਦਾ। ਅਸੀਂ ਆਪਣੇ ਲੈਵਲ ਤੇ ਵੀ ਉਧਰ ਪ੍ਰਦਰਸ਼ਨ ਕਰ ਰਹੇ ਹਾਂ, ਬਟ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਮਤਲਬ ਇੱਕ ਜਥਾ ਲੈ ਕੇ ਚੱਲੇ ਹਾਂ। ਤੇ ਮੇਰੇ ਮਨ 'ਚ ਇੱਕ ਦਰਦ ਸੀਗਾ ਕਿ ਮੈਂ ਚਲੋ ਜਾ ਕੇ ਆਪਣਾ ਯੋਗਦਾਨ ਵੀ ਜੋ ਵੀ ਹੁੰਦਾ ਪਾਉਣਾ ਚਾਹੀਦਾ ਹੈ। ਤੇ ਬਸ ਇਹਨਾਂ ਦੇ ਇੱਕ ਕਹਿਣ ਤੇ ਅਸੀਂ ਇੱਧਰ ਆ ਗਏ ਤੇ ਅੱਗੇ ਵੀ ਅਸੀਂ ਚੱਲ ਰਹੇ ਹਾਂ ਹੁਣ ਜਥੇ ਨਾਲ। ਅੱਗੇ ਜਾ ਕੇ ਦੇਖਾਂਗੇ ਕੀ ਬਣਦਾ ਹੈ। ਇਕੱਠੇ ਹੀ ਅਸੀਂ ਜਦੋਂ ਜਾਂਦੇ ਹੋਏ ਟ੍ਰੇਨ 'ਚ ਇਕੱਠੇ ਗਏ ਸੀ, ਆਉਂਦੇ ਹੋਏ ਵੀ ਟ੍ਰੇਨ 'ਚ ਇਕੱਠੇ ਹੀ ਆਏ ਸੀ। ਤੇ ਮਤਲਬ ਹੁਣ तक अजे तक इकट्ठे ही हैं। गुरदासपुर से जितेंद्र कुंडल की रिपोर्ट। विदेश की धरती पर जाने के सपने कभी कभी सलाखों के पीछे भी पहुंचा देते हैं। ऐसा ही एक मामला तब सामने आया जब गुरदासपुर पुलिस के CIA स्टाफ ने गुप्त सूचना के आधार पर एक नौजवान को 1 किलो अफीम और 32 बोर के नाजायज पिस्टल और गाड़ी समेत गिरफ्तार किया। नौजवान विदेश जाने का चाहवान था और विदेश जाने के लिए जल्द से जल्द पैसे कमाने के चक्कर में अफीम बेचने का काम शुरू करने लगा। फिर पुलिस की गिरफ्त में आ फंसा। फिलहाल गुरदासपुर पुलिस के द्वारा केस दर्ज करते हुए आगे की पूछताछ शुरू कर दी गई है। पहला भी ये करते रहे पर काबू पहली बार आया। पहला भी ਸੀਏ ਸਟਾਫ ਗੁਰਦਾਸਪੁਰ ਵੱਲੋਂ SPD ਸ਼੍ਰੀ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਇੱਕ ਮੁਲਜ਼ਮ ਅਮਰਬੀਰ ਸਿੰਘ ਪਿੰਡ ਔਲਖ ਥਾਣਾ ਸ਼੍ਰੀ ਹਰਗੋਬਿੰਦਪੁਰ ਨੂੰ ਗ੍ਰਿਫਤਾਰ ਕੀਤਾ। ਸਾਡੇ ਕੋਲੇ ਇਹ ਇਨਫੋਰਮੇਸ਼ਨ ਸੀ ਵੀ ਕੋਈ ਬੰਦਾ ਅਫੀਮ ਦੀ ਤਸਕਰੀ ਕਰ ਰਿਹਾ ਤੇ ਉਹਦੇ ਕੋਲੇ ਵੈਪਨ ਵੀ ਆ। ਤਾਂ DSP ਰਜੇਸ਼ ਕੱਕੜ ਮੌਕੇ ਤੇ ਪਹੁੰਚੇ, ਇਹਨੂੰ ਕਾਬੂ ਕੀਤਾ ਤੇ ਇਹਦੇ ਕੋਲੋਂ ਜਿਹੜਾ ਹੈਗਾ ਇੱਕ ਕਾਰ ਸਵਿਫਟ, ਇੱਕ ਪਿਸਟਲ ਆਟੋਮੈਟਿਕ 32 ਬੋਰ ਤੇ 1 ਕਿਲੋ ਅਫੀਮ ਬਰਾਮਦ ਹੋਈ ਆ। ਅਗਲੀ ਜਾਂਚ ਪੜਤਾਲ ਜਾਰੀ ਹੈ ਕਿ ਇਹਨੇ ਜਿਹੜਾ ਵੈਪਨ ਸੀ ਉਹਦੇ ਨਾਲ ਕੀ ਹੋਰ ਕੋਈ ਵਾਰਦਾਤ ਜਾਂ ਲੁੱਟ ਜਾਂ ਕੋਈ ਨਿੱਜੀ ਦੁਸ਼ਮਣੀ ਵਾਸਤੇ ਖਰੀਦਿਆ ਸੀ, ਉਸ ਦੀ ਜਾਂਚ ਪੜਤਾਲ ਚੱਲ ਰਹੀ। ਨਹੀਂ ਅਜੇ ਤੱਕ ਇਹਦੇ ਤੇ ਕੋਈ ਨਹੀਂ, ਪਰ ਇਹ ਬਾਹਰਲੇ ਜ਼ਿਲ੍ਹੇ ਦਾ ਹੋਣ ਕਰਕੇ ਉਹ ਸਾਰਾ ਇਹਦਾ ਰਿਕਾਰਡ ਉੱਥੋਂ ਹਾਸਲ ਕੀਤਾ ਜਾ ਰਿਹਾ। ਪਹਿਲਾਂ ਇਹ ਥੋੜ੍ਹਾ ਲੁਕ ਛਿਪ ਕੇ ਥੋੜ੍ਹਾ ਬਹੁਤਾ ਨਸ਼ੇ ਦੀ ਤਸਕਰੀ ਕਰਦਾ ਰਿਹਾ ਸੀ, ਪਰ ਹੁਣ ਇਹ ਪਹਿਲੀ ਵਾਰ ਵੱਡੀ ਖੇਪ ਜਿਵੇਂ 1 ਕਿਲੋ ਅਫੀਮ
ਲੈ ਕੇ ਆਇਆ ਸੀ, ਨਾਲ ਇਹਦੇ ਕੋਲੇ ਵੈਪਨ ਸੀ ਤਾਂ ਇਹ ਕਾਬੂ ਆ ਗਿਆ। ਇੱਥੇ ਹੀ ਵੱਖ-ਵੱਖ ਜਿਵੇਂ ਹੈਗੇ ਗਾਹਕ ਜਿਹੜੇ ਫੀਮ ਦਾ ਸੇਵਨ ਕਰਦੇ ਆ, ਉਹਨਾਂ ਨੂੰ ਵੇਚਣੀ ਸੀ, ਉਹਦੀ ਵੀ ਅਸੀਂ ਅੱਗੇ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੇ ਹਾਂ। ਨਸ਼ੇ ਦੀ ਪੂਰਤੀ ਵੀ, ਨਸ਼ਾ ਇਹ ਕਰ ਵੀ ਲੈਂਦਾ ਸੀ, ਪਰ ਨਾਲ ਈਜ਼ੀ ਮਨੀ ਵਾਸਤੇ, ਜਿਵੇਂ ਅੱਜ ਕੱਲ੍ਹ ਦਾ ਯੂਥ ਹੁੰਦਾ ਕਿ ਇਹਨਾਂ ਕੰਮਾਂ 'ਚ ਜਲਦੀ ਅਮੀਰ ਹੋ ਜਾਈਏ। ਜਿਹੜਾ ਪਿਸਟਲ ਹੈ ਉਹ ਆਟੋਮੈਟਿਕ ਪਿਸਟਲ ਹੈ 32 ਬੋਰ ਦਾ, ਤੇ ਗੱਡੀ ਇਹਦੀ ਆਪਣੀ ਹੈ। ਅਗਲੀ ਕਾਰਵਾਈ ਤਾਂ ਬਸ ਹੋਰ ਵੀ ਜਿਹੜੇ ਇਸ ਧੰਦੇ 'ਚ ਇਹਦੇ ਨਾਲ ਇਨਵੋਲਵ ਹੈ ਤੇ ਜਿੱਥੋਂ ਇਹ ਲੈ ਕੇ ਆਉਂਦਾ ਤੇ ਅੱਗੇ ਕਿੱਥੇ ਵੇਚਣੀ ਸੀ, ਉਹ ਸਾਰਾ ਇਹਦਾ ਬੈਕਵਰਡ ਤੇ ਫਾਰਵਰਡ ਲਿੰਕ ਜਿਹੜਾ ਹੈਗਾ ਉਹਦੀ ਜਾਂਚ ਪੜਤਾਲ ਕੀਤੀ ਜਾਊਗੀ। ਕੀਤਾ ਹੈ ਮਤਲਬ ਥੋੜਾ ਜਿਹਾ ਮਤਲਬ ਲਾਸਟ ਈਅਰ ਕੀਤਾ ਹੈ ਕਿ ਉਹ ਫਸਟ ਟਾਈਮ ਕੀਤਾ ਤਾਂ ਖਰਾਬ ਹੋ ਗਿਆ ਹੈ, ਕਿਉਂਕਿ ਕਾਫੀ ਟਾਈਮ ਤੋਂ ਇੱਦਾਂ ਹੀ ਪਈ ਰਹੀ। ਸੋਚਣਾ ਕਿ ਨੇ ਤੂੰ ਨਾ ਦੇਤੀ, ਮਤਲਬ ਬਹੁਤ ਦੇਤੀ ਆਪਣੇ ਕੋਲ ਪਈ ਹੈ। ਕੀ ਕਾਰਨ ਸੀ ਵੀ ਅਜਿਹਾ ਕੰਮ ਕਰਨ ਦਾ? ਸਰ ਇੱਦਾਂ ਇੱਕ ਦੋ ਜਣੇ ਖਰਾਬ ਕਰਤਾ ਗੱਲਾਂ ਚਲਾ ਹੋ ਗਿਆ ਮਹਿਕਮਾ ਦਾ ਹਾਂਜੀ ਵਿਰੋਧ ਹੋ ਗਈ ਹੈ ਤੇ ਇਹ ਸਰ ਥੋੜਾ ਜਿਹਾ ਹੋਇਆ, ਪਹਿਲੋਂ ਬੰਦੇ ਜੇ ਪੈ ਗਏ 10 ਦਿਨ ਗੱਡੀ ਹੋਈ ਗਈ ਆਪਣੀ, ਉਹਦੇ ਡਰ ਦੇ ਚੱਕਰ 'ਚ ਸਰ ਇਹ ਯੂਪੀ ਦਾ ਮੰਗਾਇਆ। ਹੁਣ ਫਿਰ ਪੁਲਿਸ ਦੇ ਕਾਬੂ ਆ ਗਏ, ਕਿੱਦਾਂ ਲੱਗ ਰਿਹਾ? ਇੱਦਾਂ ਹੀ ਆ ਸਰ, ਉਹ ਹੋਰ ਲੱਗਣਾ ਹੀ ਮਾੜਾ ਜੀ। ਮਹਿਸੂਸ ਹੁੰਦਾ ਮਾੜਾ ਕੀਤਾ? ਹਾਂਜੀ ਸਰ। ਕਿੰਨੀ ਸਟੱਡੀ ਕੀਤੀ? ਹਾਂਜੀ ਸਰ +2 ਸਰ ਐਲਸ ਕਰਨ ਦੇ +2 ਕੀਤੀ ਸਰ। ਹਾਂਜੀ ਐਲਸ। ਅਗਲੀ ਫਿਊਚਰ ਪਲੈਨਿੰਗ ਕੀ ਸੀ ਜਨਾਬ ਆਪਰੇਸ਼ਨ? ਕੁਛ नहीं सर, बाहर ही जाना है। गुरदासपुर से जितेंद्र कुंडल की रिपोर्ट। कृषि पर केंद्र द्वारा पारित तीनों कानूनों को रद्द करने के लिए किसान संगठनों के लंबे समय के संघर्ष ने इन संघर्षों को नहीं रोका है, अपितु किसानों का संघर्ष दिन व दिन मजबूती के साथ आगे बढ़ रहा है, जिसमें किसानों को राजनीतिक, सामाजिक, धार्मिक, व्यापारिक अथवा इसके अलावा हर वर्ग के लोगों का अच्छा खासा समर्थन मिल रहा है, जिसके बाद किसानों, खेती मजदूरों एवं किसानी से संबंधित सभी लोगों ने अपनी कमर कसते हुए 26 जनवरी की दिल्ली ट्रैक्टर रैली में शामिल होकर सरकार की जड़ें हिलाने का फैसला कर लिया है, जिसके चलते बीजेपी को छोड़कर अब पंजाब की ज्यादातर सियासी पार्टियां भी खेती किसानों का विरोध करते हुए किसानों के साथ कंधे से कंधा मिलाकर खड़ी दिखाई दे रही हैं। मुर्दाबाद मोदी सरकार, 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 मुर्दाबाद सेंट्रल सरकार, मुर्दाबाद सेंट्रल सरकार, मुर्दाबाद सेंट्रल सरकार, मुर्दाबाद अमित शाह, मुर्दाबाद। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਮਜ਼ਦੂਰ ਜਿਹੜਾ ਕਿਸਾਨ ਸੰਘਰਸ਼ ਬੜਾ ਸ਼ਿਖਰਾਂ ਤੇ ਚੱਲ ਰਿਹਾ ਤੇ ਬੜੇ ਲੰਬੇ ਸਮਾਂ ਤੋਂ ਜਿਹੜੇ ਸਾਡੇ ਕਿਸਾਨ ਵੀਰ ਬਾਰਡਰ ਤੇ ਬੈਠੇ ਦਿੱਲੀ ਦੇ, ਉਹ ਬੜੀ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਉੱਥੇ ਬੈਠੇ ਨੇ, ਟੈਂਟ ਲਾ ਕੇ ਬੈਠੇ ਨੇ, ਪਰ ਸਰਕਾਰ ਨੂੰ ਜਿਹੜਾ ਸਰਕਾਰ ਦੇ ਕੰਨ 'ਚ ਜਿਹੜੀ ਉਹ ਜੂੰ ਤੱਕ ਨਹੀਂ ਸਰਕਦੀ। ਤੁਸੀਂ ਦੇਖਿਆ ਨਾ ਕਿ ਹੁਣ ਜਿਹੜੇ ਕਿਸਾਨ ਯੂਨੀਅਨ ਜਿਹੜੇ ਸਾਡੇ ਉੱਥੇ ਕਿਸਾਨ ਬੈਠੇ ਨੇ, ਉਹਨਾਂ ਲਈ ਜਿਹੜੇ ਲੋਕ ਸਾਡੇ ਮਦਦ ਕਰ ਰਹੇ ਨੇ, ਚਾਹੇ ਕੋਈ ਫਾਈਨੈਂਸ਼ੀਅਲੀ ਕਰ ਰਿਹਾ, ਚਾਹੇ ਕੋਈ ਟੈਂਟ ਲਾ ਕੇ ਕਰ ਰਹੇ ਨੇ, ਕਿਸੇ ਵੀ ਤਰ੍ਹਾਂ ਮਦਦ ਕਰ ਰਹੇ, ਉਹਨਾਂ ਨੂੰ ਜਿਹੜਾ ਸੈਂਟਰ ਸਰਕਾਰ ਹੁਣ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਆਪ ਦਾ ਜਿਹੜਾ ਇੱਕ ਡਿਪਾਰਟਮੈਂਟ ਇਹਨਾਂ ਦਾ NIA ਹੈ, ਉਹਨੂੰ ਜਿਹੜਾ ਸਾਡੇ ਲੋਕਾਂ ਨੂੰ ਸੰਮਨ ਭੇਜੇ ਜਾ ਰਹੇ ਨੇ ਤੇ ਉਹਨਾਂ ਦੇ ਰਾਹੀਂ ਜਿਹੜਾ ਤੰਗ ਕੀਤਾ ਜਾ ਰਿਹਾ ਹੈ ਕਿ ਸਾਡੇ ਕਿਸਾਨਾਂ ਦੀ ਜਿਹੜੀ ਸਿਰਫ ਹੈ ਕਿ ਆਵਾਜ਼ ਦਬਾਉਣਾ ਚਾਹੁੰਦੇ ਨੇ। ਪਰ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕਿਸਾਨ ਵੀ ਤੇ ਜਿਹੜੇ ਸਾਡੇ ਭਰਾ ਜਿਹੜੀ ਮਦਦ ਕਰ ਰਹੇ ਨੇ ਸਾਡੇ ਕਿਸਾਨ ਵੀਰਾਂ ਦੀ, ਉਹ ਤੁਹਾਡੇ ਇਸ ਗਿੱਦੜ ਧਮਕੀਆਂ ਨਾਲ ਡਰਨ ਵਾਲੇ ਨਹੀਂ। ਸਰ 26 ਤਰੀਕ ਨੂੰ ਜਿਹੜੀ ਟਰੈਕਟਰ ਰੈਲੀ ਜੋ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ, ਕੀ ਅਕਾਲੀ ਦਲ ਉੱਥੇ ਸਮਰਥਨ ਕਰੇਗਾ ਜੀ? ਪਿੱਛੇ ਇਹ ਪ੍ਰਧਾਨ ਸਾਹਿਬ ਨੇ ਵੀ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਬੰਟੀ ਰਮਾਣਾ ਜੀ ਨੇ ਵੀ ਸਾਰੇ ਯੂਥ ਨੂੰ ਅਪੀਲ ਵੀ ਕੀਤੀ ਹੈ ਕਿ ਉੱਥੇ 26 ਤਰੀਕ ਨੂੰ ਵੱਧ ਤੋਂ ਵੱਧ ਜਿਹੜਾ ਪਹੁੰਚ ਕੇ ਕਿਸਾਨ ਵੀਰਾਂ ਦੇ ਨਾਲ ਡਟ ਕੇ ਜਿਹੜਾ ਅਸੀਂ ਕਿਸਾਨ ਨੌਜਵਾਨ ਵੀਰ ਜਿਹੜੇ ਉੱਥੇ ਖੜੇ ਹੋਵਾਂਗੇ। ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਤਕਰੀਬਨ ਸਾਡੇ ਮੈਂ ਫਿਰੋਜ਼ਪੁਰ ਦਿਹਾਤੀ ਹਲਕੇ ਦੀ ਗੱਲ ਕਰ ਲਾਂ ਤੇ ਤਕਰੀਬਨ ਸਾਡਾ ਯੂਥ ਜਿਹੜਾ ਹੈ ਉਹ ਤਕਰੀਬਨ 24 ਤਰੀਕ ਨੂੰ ਇੱਥੋਂ ਵੱਡੇ ਕਾਫਲੇ ਨਾਲ ਨਿਕਲ ਰਿਹਾ। ਅੱਜ ਤੁਹਾਡੇ ਵੱਲੋਂ ਕੀ ਪ੍ਰਦਰਸ਼ਨ ਕੀਤਾ ਗਿਆ? ਅਸੀਂ ਇਹ ਜਿਹੜਾ ਪ੍ਰਦਰਸ਼ਨ ਕੀਤਾ, ਜਿਹੜਾ NIA ਤੇ ਸੈਂਟਰ ਗਵਰਨਮੈਂਟ ਜਿਹੜੇ ਸਾਡੇ ਭਰਾਵਾਂ ਨੂੰ ਤੰਗ ਕਰ ਰਹੀ ਹੈ, ਜਿਹੜੇ ਵੀਰ ਕਿਸਾਨਾਂ ਦੀ ਮਦਦ ਕਰ ਰਹੇ ਆ, ਅਸੀਂ ਉਹਦੇ ਰੋਜ਼ ਵੱਲੋਂ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਤੇ ਸਾਡੀ ਇਹੀ, ਮੈਂ ਮੀਡੀਆ ਦੇ ਰਾਹੀਂ ਸੈਂਟਰ ਸਰਕਾਰ ਨੂੰ ਇਹ ਗੱਲ ਪਹੁੰਚਾਉਣਾ ਚਾਹੁੰਦਾ ਕਿ ਜਿਹੜਾ ਤੁਸੀਂ ਤੰਗ ਕਰਦੇ ਪਏ ਹੋ ਇਹ ਬੰਦ ਕੀਤਾ ਜਾਵੇ ਤੇ ਸਾਡੇ ਕਿਸਾਨ ਵੀਰਾਂ ਦੀ ਜਿਹੜੀ ਆ ਉਹ ਗੱਲ ਸੁਣੀ ਜਾਵੇ। फिरोजपुर से पंकज कुमार की रिपोर्ट। मेला ठेकेदार द्वारा मेला माघी के अवसर पर आयोजित किए जाने वाले मनोरंजन मेले के बंद करने का निर्णय लिया गया,
यह मामला एक ठेकेदार के साथी का है जो मेले के दौरान लड़ाई में गंभीर रूप से घायल हो गया था। मेला माघी का अनुबंध इस बार 61 लाख रुपए में हस्ताक्षरित किया गया था, लेकिन मेले के लिए प्रशासन द्वारा की गई व्यवस्था शून्य प्रतीत होती है। पुलिस पर पूरी कार्रवाई न करने का आरोप लगाते हुए मेला ठेकेदार ने फिलहाल मनोरंजन मेला बंद कर दिया है। 16 जनवरी की रात मेले में कुछ व्यक्तियों के बीच झगड़ा हुआ, जिस दौरान एक मेला आयोजक गंभीर रूप से घायल हो गया था और लुधियाना में घुस गया। पुलिस ने उस समय इस संबंध में एक मामला दर्ज किया था, लेकिन अब मेला ठेकेदार के अनुसार कथित व्यक्तियों को गिरफ्तार करने के बजाय पुलिस ने मेला ठेकेदार के 2 व्यक्तियों को हिरासत में ले लिया और क्रॉस पर्चे सौंपे। मैं अजे ਅੱਜ ਹੀ ਇੱਥੇ ਜੁਆਇਨ ਕੀਤਾ। ਮੈਨੂੰ ਪਤਾ ਲੱਗਿਆ ਵੀ ਇੱਥੇ ਇੱਕ 307 ਦੀ FIR ਲੌਜ ਹੋਈ ਹੈ। ਮੈਂ ਹੁਣ ਆ ਕੇ ਦੇਖਦਾ, ਉਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਬੁਲਾਉਂਦਾ, ਜੋ ਵੀ ਗੱਲਬਾਤ ਹੋਈ ਹੈ ਉਹਦੇ ਤੇ ਜੋ ਬਣਦੀ ਕਾਰਵਾਈ ਕਰਾਂਗੇ। ਮੇਰਾ ਨਾਮ ਰਵੀ ਗਰੋਵਰ, मैं मेला मैनेजर है जी। मैं पिछले 8 साल तो करता जी। ਘਟਨਾ ਕੀ ਹੋਈ ਹੈ, ਕਦੋਂ ਹੋਈ ਹੈ? ਇਹ ਰਾਤ ਨੂੰ 9 ਵਜੇ ਮੇਲਾ ਬੰਦ ਕੀਤਾ ਗਿਆ ਜੀ। ਸ਼ਨੀਵਾਰ ਨੂੰ ਰਾਤ ਨੂੰ 9 ਵਜੇ ਮੇਲਾ ਬੰਦ ਕਰਨ ਤੋਂ ਬਾਅਦ ਅਸੀਂ ਆਪਦਾ ਮੇਲਾ ਬੰਦ ਕਰਕੇ ਆਪਦਾ ਅਸੀਂ ਹਿਸਾਬ ਕਿਤਾਬ ਲਈ ਆਪਦੀ ਲੇਬਰ ਨੂੰ ਆਪਦੇ ਆਫਿਸ ਦੇ ਵਿੱਚ ਇਕੱਠਾ ਕਰ ਰਹੇ ਹਾਂ। ਅਚਾਨਕ ਬਾਹਰ ਰੌਲਾ ਪੈ ਰਿਹਾ, ਕੋਈ ਜੂਸ ਵਾਲੇ ਅੱਡੇ ਤੇ ਕੋਈ 1-2 ਬੰਦਿਆਂ ਦੇ ਕੋਲ, ਜੂਸ ਵਾਲੇ ਦੇ ਕੋਲ ਕੋਈ ਬਾਹਰੋਂ ਜੱਸੀ ਨਾਮ ਦਾ ਲੜਕਾ ਬਾਹਰੋਂ ਆਇਆ। ਉਹਨਾਂ ਨੂੰ ਕੋਈ ਮਿਲ ਰਿਹਾ ਸੀ, ਆਪਸ 'ਚ ਉਹਨਾਂ ਨਾਲ ਗੱਲਬਾਤ ਕਰ ਰਹੀ। ਐਂ ਗੱਲ ਕਰਦਿਆਂ ਸਾਡਾ ਠੇਕੇਦਾਰ ਖੜਾ ਸੀ, ਉਹਨਾਂ ਦੇ ਕੋਈ ਆਪਸ 'ਚ ਤੂੰ ਮਹਿਮਾ ਹੋ ਗਈ। ਅਸੀਂ ਉਹਨਾਂ ਨੂੰ ਹਟਾ ਦਿੱਤਾ ਗਿਆ। ਰੰਗਾ ਕੁਮਾਰ ਜੀ ਜੂਸ ਵਾਲਾ, ਜਿਨ੍ਹਾਂ ਨੂੰ ਤਰਨਤਾਰਨ ਏਰੀਏ ਦਾ, ਜਿਸ ਨੂੰ ਅਸੀਂ ਅੱਡਾ ਦਿੱਤਾ ਜੂਸ ਦਾ ਹੀ, ਉਹਦੇ ਕੋਲੇ ਉਹਦਾ ਕੋਈ ਦੋਸਤ ਆਇਆ ਸੀ, ਉਹਦਾ ਨਾਮ ਹੈ ਜੱਸੀ, ਸਰਦਾਰ ਲੜਕਾ ਪਤਲਾ ਜਿਹਾ। ਉਹਦੇ ਕੋਲੇ ਆਇਆ, ਉਹ ਆਪਸ 'ਚ ਗੱਲਬਾਤ ਕਰ ਰਹੇ ਸੀਗੇ। ਉਹ ਆਪਸ 'ਚ ਗੱਲਬਾਤ ਕਰਦਿਆਂ ਉਹਨਾਂ ਦੀ ਜੱਸੀ ਦੀ ਵੀ ਦਾਰੂ ਪੀਤੀ ਸੀ, ਨਾਲ ਵਾਲੇ ਲੜਕੇ ਦੀ ਪੀਤੀ ਸੀ। ਆਪਸ 'ਚ ਗੱਲਬਾਤ ਕਰਦਿਆਂ ਦੀ ਉਹਨਾਂ ਦੀ ਕੋਈ ਬਹਿਸ ਹੋ ਗਈ। ਆਪਸ 'ਚ ਬਹਿਸ ਹੁੰਦਿਆਂ ਉਹਨਾਂ ਨੇ ਇੱਕ ਦੂਜੇ ਨੂੰ ਧੱਕਾ ਮਾਰ ਦਿੱਤਾ ਗਿਆ ਜੀ। ਜੱਸੀ ਜੀ ਨੂੰ, ਜੱਸੀ ਨੇ ਧੱਕਾ ਮਾਰਤਾ ਸਾਡੇ ਠੇਕੇਦਾਰ ਨੂੰ, ਠੇਕੇਦਾਰ ਨੀਚੇ ਗਿਰ ਗਿਆ, ਜਿਸ ਕਾਰਨ ਉਹਨਾਂ ਦੀ ਆਪਸ 'ਚ ਕੋਈ ਝਪਟ ਹੋ ਗਈ। ਮੈਨੂੰ ਜੂਸ ਵਾਲੇ ਰੰਗੇ ਦਾ ਫੋਨ ਆਇਆ, ਰਵੀ ਬਾਬੂ ਜੀ ਬਾਹਰ ਆਓ ਵੀ ਤੁਹਾਡੇ ਕੋਲ ਮੇਲੇ ਵਿੱਚ ਰੌਲਾ ਪੈ ਰਿਹਾ। ਮੈਂ ਮੇਲਾ ਮੈਨੇਜਰ ਹਾਂ, ਮੈਂ ਇੰਚਾਰਜ ਹਾਂ, ਜ਼ਿੰਮੇਵਾਰ ਹਾਂ ਮੇਲੇ ਦਾ ਜੀ। ਮੈਂ ਬਾਹਰ ਆ ਕੇ ਦੇਖਦਾ ਹਾਂ, ਉਹ ਲੜ ਰਹੇ, ਉਹਨਾਂ ਨੂੰ ਆਪਸ 'ਚ ਹਟਾਇਆ ਗਿਆ। ਹਟਾਉਂਦੇ ਉਹ ਆਪਸ 'ਚ ਹੱਥੋਂ ਬੱਕੀ ਹੋ ਗਏ। ਕੋਈ 1-2 ਸਾਡੇ ਠੇਕੇਦਾਰ ਨੇ ਉਹਦੇ ਲਾਤੀਆਂ, ਉਹਨੇ ਉਹਦੇ 2 ਲਾਤੀਆਂ। ਉਹ ਇਸ ਕਰਦਿਆਂ ਜੂਸ ਵਾਲੇ ਰੰਗੇ ਨੂੰ ਮੈਂ ਗੱਲ ਕਹੀ, ਜਿਸੇ ਵੀ ਤੇਰੇ ਕੋਲੇ ਤੂੰ ਪੁਰਾਣਾ ਵਰਕਰ ਹੈ, ਸਾਡੇ ਪਿਛਲੇ 7-8 ਸਾਲ ਤੋਂ ਮੇਲੇ ਵਿੱਚ ਦੁਕਾਨ ਲਾ ਰਿਹਾ, ਤੂੰ ਪੁਰਾਣਾ ਪ੍ਰੇਮ ਹੈ, ਤੇਰੇ ਨਾਲ ਫੈਮਿਲੀ ਰਿਲੇਸ਼ਨ ਦਾ ਗੱਲ ਹੈ, ਤੂੰ ਆਪਣੇ ਬੰਦੇ ਨੂੰ ਬਾਹਰ ਭਜਾ ਦੇ। ਅਸੀਂ ਉਹਨੂੰ ਕਰਦਿਆਂ ਅਸੀਂ ਉਹਨੂੰ ਬਾਹਰ, ਮੈਂ ਖੁਦ ਭਜਾਇਆ ਇਸ ਗੱਲ ਦਾ, ਮੈਂ ਗਵਾਹ, ਮੇਰੇ ਜੂਸ ਵਾਲਾ ਰੰਗਾ ਆਪ ਗਵਾਹ, ਉਹਨੂੰ ਸੱਦ ਕੇ ਪੁੱਛ ਲਓ। ਅਸੀਂ ਭਜਾਇਆ। ਭਜਾਉਣ ਤੋਂ ਬਾਅਦ ਮੈਂ ਆਪਦਾ ਮੂੰਹ ਤੇ ਨਸ਼ੇ ਦਾ ਕੰਮ ਕਰ ਰਹੇ ਹਾਂ। ਮੇਰਾ ਇੱਕ ਲੁਧਿਆਣੇ ਦਾ ਪਾਰਟਨਰ ਅਮਨਦੀਪ ਸਿੰਘ ਭੁੱਲਰ, ਉਹ ਝੂਲੇ ਦੇ ਅੱਗੇ ਖੜਾ ਸੀ। ਉਦੋਂ 10 ਕਦਮ ਪਿੱਛੇ ਹੀ ਮੈਂ ਖੜਿਆ ਸੀਗਾ। ਉਦੋਂ ਗਾਂ ਰੈਗੂਲਰ ਲੇਬਰ ਸਾਰੀ ਘੁੰਮ ਰਹੀ ਸੀ। ਉਵੇਂ ਬਾਹਰੋਂ ਅਚਾਨਕ 6-7 ਬੰਦੇ ਆਏ ਹੈ, ਪਿੰਡਾਸੀ, ਕਿਰਪਾਨ, ਤਲਵਾਰ ਸਭ ਦੇ ਹੱਥ 'ਚ ਹੈ। ਆਉਂਦਿਆਂ ਹੀ ਲੱਗਿਆ, ਸਭ ਤੋਂ ਪਹਿਲਾਂ ਮੇਰੇ ਪਾਰਟਨਰ ਲੁਧਿਆਣੇ ਵਾਲੇ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ। ਮੈਂ ਉਹਨੂੰ ਬਚਾਉਂਦਾ ਖਿੱਚਦਾ, ਇੱਕ ਦੂਜੇ ਹੱਥਾਂ ਕੀਤਾ, ਮੈਂ ਕਿ ਹੱਥ ਕੀਤਾ, ਮੇਰਾ ਹੱਥ ਕੱਟਿਆ ਗਿਆ, ਡੌਲਾ ਕੱਟਿਆ ਗਿਆ, ਸਿਰ ਕੱਟਿਆ ਗਿਆ ਜੀ। ਮੇਰੇ 20 ਤੋਂ ਉੱਪਰ ਟਾਂਕੇ ਆਏ ਨੇ। ਇਸ ਤਰ੍ਹਾਂ ਸਾਨੂੰ ਅਚਾਨਕ ਸੱਟਾਂ ਲੱਗੀਆਂ। ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਾ ਜੀ। ਸਾਨੂੰ ਸਵੇਰ 9 ਵਜੇ ਹੋਸ਼ ਆਈ ਤੇ ਮੈਂ ਸੰਧੂ ਹਸਪੀਟਲ ਪਾਇਆ ਗਿਆ। ਅੱਜ ਹੁਣ ਇੱਕ ਨਵੀਂ ਘਟਨਾ ਤੁਸੀਂ ਦੱਸ ਰਹੇ ਵੀ ਸਾਡੇ ਵੀ ਕੱਲ 4 ਵਜੇ ਮੈਂ ਮੇਲੇ ਵਿੱਚ ਹਾਜ਼ਰ ਸੀਗਾ ਜੀ। ਮੇਲਾ ਚਲਾ ਰਿਹਾ ਸੀਗਾ। 4 ਵਜੇ ਮੈਨੂੰ ਬਲਦੇਵ ਸਿੰਘ ASI ਦਾ ਫੋਨ ਆਇਆ, ਰਵੀ ਜੀ ਕਿੱਥੇ ਹੋ? ਮੈਂ ਕਿਹਾ ਸਰ ਮੇਲੇ 'ਚ। ਕਹਿੰਦਾ ਜੀ ਗੇਟ 'ਤੇ ਆਓ। ਮੈਂ ਗੇਟ 'ਤੇ ਆਇਆ, ਬਲਦੇਵ ਸਿੰਘ ASI ਜੀ ਨੂੰ ਮੈਂ ਖੁਦ ਮਿਲਿਆ। ਕੋਲੇ ਮੇਰਾ ਪਾਰਟਨਰ ਫਿਰੋਜ਼ਪੁਰ ਦਾ ਤਰਸੇਮ ਕੁਮਾਰ ਨਰੂਲਾ, ਜਿਹਨੂੰ ਉਰਫ ਬਿੱਲਾ ਕਹਿੰਦੇ ਹਨ, ਉਹ ਉੱਥੇ ਕੋਲੇ ਖੜਾ ਸੀਗਾ, ਹਾਜ਼ਰ ਸੀਗਾ। ਉਹਨੂੰ ਪੁੱਛਿਆ, ਉਹ ਕਹਿੰਦਾ ਵੀ SHO ਸਾਹਮਣੇ ਤੁਹਾਡੇ 2 ਬੰਦੇ ਬੁਲਾਏ, ਤੁਸੀਂ 3 ਜਣੇ ਬਿਆਨ ਦੇਣ ਚੱਲੋ। ਉਹ ਸਿਕਿਉਰਿਟੀ ਗਾਰਡਾਂ ਨੂੰ ਲੈ ਕੇ ਗਿਆ। ਮੈਂ ਕਿਹਾ ਜੀ ਮੈਂ 10 ਮਿੰਟ ਮੇਲਾ ਕਿਸੇ ਨੂੰ ਸੰਭਾਲ ਕੇ ਤੇ ਮੈਂ ਆ ਰਿਹਾ ਸਰ ਪਿੱਛੇ ਹੀ। ਮੈਂ 10 ਮਿੰਟ ਬਾਅਦ ਮੈਂ ਜਾਣਾ ਜੀ। 4 ਵਜੇ ਮੇਰੇ 2 ਮੁਲਾਜ਼ਮ ਹੈ, ਰਮਨ ਕੁਮਾਰ ਜੀ, ਗੁਰਲਾਲ ਜੀ, 2 ਮੇਰੇ ਵਰਕਰ ਹੈ। ਇਹ ਲੈ ਕੇ ਬੱਸ ਸਟੈਂਡ ਚੌਂਕੀ ਵਿੱਚ ਲੈ ਕੇ ਗਿਆ। ਰਾਤ ਨੂੰ 8:30 ਵਜੇ ਤੱਕ ਬੱਸ ਸਟੈਂਡ ਚੌਂਕੀ ਰਹੇ ਹੈ। 8:30 ਵਜੇ ਮੈਂ ਬਲਦੇਵ ਸਿੰਘ ਜੀ ਨੂੰ ਫੋਨ ਕਰਦਾ ਜੀ ਮੇਰੇ ਬੰਦੇ ਨਹੀਂ ਆਏ। ਜਦੋਂ ਮੈਂ ਮੇਲਾ ਕਲੋਜ਼ ਕੀਤਾ, ਮੈਂ ਵੇਖਿਆ ਮੇਰੇ ਵਰਕਰ ਹਾਜ਼ਰ ਨਹੀਂ ਸੀਗੇ। ਮੈਂ ਇਹਨਾਂ ਨੂੰ ਪੁੱਛਿਆ ਕਿੱਥੇ ਹੋ? ਕਹਿੰਦੇ ਸਰ ਜੀ ਤੁਸੀਂ ਬਿਆਨ ਦੇਣ ਭੇਜਿਆ, ਤੁਹਾਡੇ ਵਰਕਰ ਹਾਜ਼ਰ ਨਹੀਂ ਹੈਗੇ। ਮੈਂ ਨਾਲ ਦੀ ਨਾਲ ਤੁਰੰਤ ਬਲਦੇਵ ਸਿੰਘ ਚੌਂਕੀ ਨੂੰ ਫੋਨ ਕੀਤਾ। ਉਹ ਕਹਿੰਦਾ ਜੀ ਮੈਂ ਬੰਦੇ ਤੁਹਾਡੇ ਸਿਟੀ ਰੈਫਰ ਕਰ ਦਿੱਤੇ ਗਏ। ਉੱਥੇ ਮੇਰੀ SHO ਮੋਹਨ ਲਾਲ ਜੀ ਨਾਲ ਗੱਲ ਹੋਈ ਹੈ। ਮੈਂ ਕਿਹਾ ਸਰ ਜੀ ਮੇਰੇ ਬੰਦੇ ਤੁਹਾਡੇ ਕੋਲ, SHO ਸਾਹਿਬ ਨੇ ਕਿਹਾ ਮੈਂ ਰਵੀ ਜੀ ਹੁਣੇ ਗੱਲ ਕਰਕੇ ਤੁਹਾਡੇ ਬੰਦੇ ਵਾਪਸ ਭੇਜਦਾ, ਪਰ ਹਜੇ ਤੱਕ ਸਾਨੂੰ ਮਿਲਿਆ ਨਹੀਂ। ਹੁਣ ਅਸੀਂ ਅੱਜ ਮੇਲਾ ਬੰਦ ਕਰਕੇ ਗਗਨਦੀਪ GA ਸਾਹਿਬ ਕੋਲ DC ਆਫਿਸ ਜਾ ਕੇ ਆਏ ਹਾਂ। ਉਹਨਾਂ ਕੋਲ ਜਾ ਕੇ ਉਹਨਾਂ ਨੂੰ ਗੱਲਬਾਤ ਕੀਤੀ, ਸਾਡੇ ਇਸ ਤਰ੍ਹਾਂ ਕਰਕੇ ਵਰਕਰ ਹਾਨੀ ਗਏ। ਉਹਨਾਂ ਨੇ ਸਾਨੂੰ ਉੱਥੇ ਦੱਸਤਾ ਵੀ ਤੁਹਾਡੇ ਤੇ ਕ੍ਰੋਸ ਪਰਚਾ ਬਣਾ ਦਿੱਤਾ ਗਿਆ। ਸਾਡੇ ਤੇ ਕ੍ਰੋਸ ਪਰਚਾ 307 ਦਾ ਬਰਾਬਰ ਕਿਸ ਚੀਜ਼ ਦਾ ਬਣਾ ਦਿੱਤਾ ਗਿਆ, ਸਾਨੂੰ ਪਤਾ ਲੱਗੇ ਵੀ ਇਹਨੇ ਪੁਲਿਸ ਨੇ ਉਸ ਬੰਦੇ ਨੂੰ ਮਿਲ ਵੀ ਲਿਆ, ਉਹਨਾਂ ਦਾ ਬਿਆਨ ਵੀ ਲੈ ਲਿਆ, ਉਹਨਾਂ ਨੂੰ ਦਾਖਲ ਹਸਪਤਾਲ ਸਾਨੂੰ ਕਿਉਂ ਨਹੀਂ ਮਿਲਾਏ ਗਏ? ਮੰਨ ਲਓ 307 ਦਾ ਕ੍ਰੋਸ ਪਰਚਾ ਕੀਤਾ ਗਿਆ, ਉਹਨਾਂ ਦੇ ਸੱਟਾਂ ਕਿੱਥੇ ਲੱਗੇ ਸਾਨੂੰ ਦਿਖਾਇਆ ਜਾਵੇ। ਸਾਡੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ, ਸਾਨੂੰ ਵੀ ਪੇਸ਼ ਕੀਤਾ ਜਾਵੇ, ਉਹਨਾਂ ਨੂੰ ਐਂਟੀ ਪਾਰਟੀ ਨੂੰ ਪੇਸ਼ ਕੀਤਾ ਜਾਵੇ, ਸਾਡੇ ਸਾਹਮਣੇ ਆਮਣੇ ਸਾਹਮਣੇ ਸਾਨੂੰ ਬਿਠਾਇਆ ਜਾਵੇ, ਸਾਡਾ ਕੰਪਰੋਮਾਈਜ਼ ਕਰਾਇਆ ਜਾਵੇ, ਸਾਡੇ ਨਾਲ ਬੈਠ ਕੇ ਸਾਡਾ ਸੋਲੂਸ਼ਨ ਕੀਤਾ ਜਾਵੇ। ਕੋਈ ਅਸੀਂ ਲੜਨਾ ਨਹੀਂ, ਵਪਾਰੀ ਆਦਮੀ ਹੈ, ਅਸੀਂ ਕੰਮਕਾਰ ਵਾਲੇ ਬੰਦੇ, ਕੰਮ ਚਲਾਉਣਾ ਅਸੀਂ ਲੜਨ ਨਹੀਂ ਆਏ ਇਸ ਸ਼ਹਿਰ ਦੇ ਵਿੱਚ। ਅਸੀਂ ਇਤਿਹਾਸਿਕ ਮੇਲਾ ਲਾਉਂਦੇ ਹਾਂ, 40 ਮੁਕਤਿਆਂ ਦੀ ਪਵਿੱਤਰ ਧਰਤੀ 'ਤੇ ਇਤਿਹਾਸਿਕ ਮੇਲਾ ਲਾ ਕੇ ਲੋਕਾਂ ਦਾ ਮਨੋਰੰਜਨ ਕਰਨ ਆਉਂਦੇ ਸਰ। ਹਰ ਸਾਲ ਅਸੀਂ ਇੱਥੇ ਲੜਨ ਨਹੀਂ ਆਉਂਦੇ, ਵਪਾਰ ਕਰਨ ਆਉਂਦੇ ਹਾਂ।
ਪਰ ਸਾਨੂੰ ਸਾਡੀ ਪੁਲਿਸ SHO ਸਾਹਿਬ ਨੂੰ DSP ਸਾਹਿਬ ਵਰਿੰਦਰ ਸਿੰਘ ਚੀਮਾ ਜੀ ਨੂੰ ਬੇਨਤੀ ਹੱਥ ਜੋੜ ਕੇ ਵੀ ਐਂਟੀ ਪਾਰਟੀ ਨੂੰ ਬੁਲਾਇਆ ਜਾਵੇ। ਅਕਸਰ ਉਹਨਾਂ ਦੇ ਸੱਟਾਂ ਲੱਗੀਆਂ, ਕੋਈ ਗੱਲ ਨਹੀਂ, ਜੋ ਕ੍ਰੋਸ ਪਰਚਾ ਬਣਿਆ ਸਾਨੂੰ ਸਾਡੇ ਬਰਾਬਰ ਐਂਟੀ ਪਾਰਟੀ ਦੇ ਬੰਦਿਆਂ ਨੂੰ ਬੁਲਾਇਆ ਜਾਵੇ, ਸਾਡੇ ਨਾਲ ਬਿਠਾ ਕੇ ਸਾਡਾ ਸੋਲੂਸ਼ਨ ਕੀਤਾ ਜਾਵੇ। ਹਾਂਜੀ, ਅਮਨਦੀਪ ਸਿੰਘ ਭੁੱਲਰ ਲੁਧਿਆਣੇ ਵਿੱਚ ਐਡਮਿਟ ਹੈ, ਸੀਰੀਅਸ ਪਿਆ, ਹਜੇ ਵੀ ਨਹੀਂ ਪਤਾ ਉਹ ਬੰਦਾ ਸਾਡਾ ਬੰਦਾ ਬਚੂਗਾ ਜਾਂ ਨਹੀਂ ਬਚੂਗਾ। मेरा नाम सत्यनारायण है सर। मैंने यहाँ का ठेका लिया था 1 लाख में, और यहाँ पे हमने इसलिए लिया था कि हमारे को पुलिस प्रशासन हर चीज़ का साथ देगी। उसके बाद में हमने यहाँ पे से नहीं, हम घर गए हुए थे 1 दिन के लिए, वहाँ से आए तो वहाँ पे हमें इन्फॉर्म हुआ कि मेले में झगड़ा हो गया। रात को कितने बजे की बात है? 9:30 बजे के करीब में झगड़ा हुआ है। और यहाँ पे उसके बाद में वहाँ पे से आया मैं, यहाँ पे मैंने 2-4 जन से पूछा कि किस बारे में झगड़ा हुआ, उन्होंने किसी ने कुछ नहीं बताया अभी तक। हमारे लड़कों ने बताया कि रात को एक लड़के से तू में हो गई थी, उसने तू में की, हाथापाई कर लिए थे इन्होंने लड़कों ने। उसके बाद में वो जाके बाहर से नहीं बुला लाया, लड़के बुला के लाया, हमारे 5-6 आदमियों को तलवार से नहीं काटा है। हमारा एक आदमी बहुत ज़्यादा सीरियस है, लुधियाना में भर्ती है, उसके ऑपरेशन भी हुआ लेकिन अभी सीरियस है, बचने के हालात नहीं है उसके। अब क्या हुआ है कि सर हमारे 2 आदमी कल हमारे 2 आदमी यहाँ से नहीं पुलिस वाले उठा के लेके गए, उनको रात भर थाने में रखा, क्रॉस केस कह रहे बना दिया, पर्चा डाल दिया उसके ऊपर। मेला इसलिए हमने बंद कर रखा। हमारे यहाँ से CCTV कैमरे का आज शनिवार के लेके गए हुए हैं, अभी तक हमारा देखे नहीं गए, और बिगर CCTV कैमरे के मेला चल रहा है। इस वजह से हमने मेला को इसलिए बंद किया कि कल तक कोई हादसा होता है उसके जिम्मेवार कौन, मैं फुल ठेकेदार को माना जाएगा, इसलिए हमने मेला बंद करा। हम मिले, प्रशासन के पास गए, प्रशासन यही कह रहा है कि इसका हल निकालेंगे हम। मैं उसके बाद में भी बोला कि सर मेरा मसला हल क्या होगा, हमारे बंदे कैसे। उसके बाद में हमारे को मना करेंगे तुम बाहर जाओ, मैं बाहर आ गया। किससे मिले आप? जी साहब से मिला। ऐसी सारी मजबूरियां लेके गए थे सुनाने के लिए। ऐसी तो मेला इसलिए बंद किया कि सानू फिर दोबारा किसी ने हादसा कर दिया, उसका जिम्मेवार कौन होगा। मेरे CCTV कैमरे में कोई रिकॉर्डिंग नहीं है, कोई कुछ नहीं है। SI बलदेव जी लेके गए थे, उसके बाद में अभी तक हमारे को कुछ देखे नहीं गए। पुलिस का क्या कहना है? आप पुलिस के पास गए थे, पुलिस का क्या कहना है? पुलिस हमारे पास 2 आदमी लेके आए थे, लेके जाने के लिए, बयान के लिए लेके गए थे सर। बयान के लिए लेके गए, उन्होंने उनको बंद कर दिया बस। क्या नाम है उन बंदे का? क्या नाम है बताओ? ਬਲਦੇਵ ਸਿੰਘ ASI ਲੈ ਕੇ ਗਿਆ ਜੀ। 4 ਵਜੇ ਮੇਰੇ ਕੋਲੇ ਆਇਆ, ਕਹਿੰਦਾ ਰਵੀ ਜੀ ਤੁਸੀਂ ਵੀ ਨਾਲ ਚੱਲੋ। मैं कहा जी मेला चल रहा है, मैंने थोड़ा सा टाइम दियो, 10-15 मिनट का मैं रोक के आ रहा हूँ। मुक्तसर से सोनू खेड़ा की रिपोर्ट। तो ये थे आज के धार्मिक व सामाजिक समाचार। अब मैं आपसे विदा लेती हूँ। जय जनेंद्र।